everyone. In this video, I'm going to make you understand section 1 of test 1 of Cambridge book 16. ਜਿਵੇਂ ਕਿ ਸਾਨੂੰ ਪਤਾ ਹੈ ਕਿ ਜਦੋਂ ਵੀ ਅਸੀਂ ਰੀਡਿੰਗ ਕਰਨੀ ਹੁੰਦੀ ਤਾਂ ਸਭ ਤੋਂ ਪਹਿਲਾਂ ਇਮੀਡੀਏਟਲੀ ਕੁਐਸਚਨ ਵੱਲ ਜਾਂਦੇ ਹਾਂ ਅਸੀਂ ਕਿ ਕੁਐਸਚਨ ਕੀ ਉਹਨਾਂ ਨੇ ਪੁੱਛਿਆ, ਠੀਕ ਹੈ। ਤੇ ਅਸੀਂ ਇਸ ਕੁਐਸਚਨ ਵਿੱਚ ਦੇਖ ਸਕਦੇ ਹਾਂ ਕਿ ਇਹਦੇ ਵਿੱਚ ਸਾਨੂੰ 6 ਸਟੇਟਮੈਂਟਸ ਦਿੱਤੀਆਂ ਨੇ ਤੇ ਸਾਨੂੰ ਪੁੱਛਿਆ ਕਿ ਕਿਹੜੀ ਸਟੇਟਮੈਂਟ ਕਿਸ ਪੈਰਾਗ੍ਰਾਫ ਨਾਲ ਮੈਚ ਕਰਦੀ ਹੈ, ਮੀਨਸ ਕਿਸ ਪੈਰਾਗ੍ਰਾਫ ਵਿੱਚ ਕਿਸ ਸਟੇਟਮੈਂਟ ਬਾਰੇ ਗੱਲ ਕੀਤੀ ਗਈ ਹੈ। ਤੇ ਇੱਦਾਂ ਦੇ ਕੁਐਸਚਨ ਜਦੋਂ ਆਉਂਦਾ ਹੈ, ਜਦੋਂ ਸਟੇਟਮੈਂਟਸ ਨੂੰ ਅਸੀਂ ਪੈਰਾਗ੍ਰਾਫ ਨਾਲ ਮੈਚ ਕਰਨਾ ਹੁੰਦਾ ਹੈ ਤੇ ਇੱਦਾਂ ਦੇ ਕੁਐਸਚਨ ਵਿੱਚ ਅਸੀਂ ਕੀਵਰਡਸ ਦਾ ਇਸਤੇਮਾਲ ਨਹੀਂ ਕਰਦੇ, ਅਸੀਂ ਸਿੱਧਾ ਹੀ ਪੈਰਾਗ੍ਰਾਫਸ ਨੂੰ ਪੜ੍ਹਨਾ ਸ਼ੁਰੂ ਕਰਦੇ ਹਾਂ। ਪੈਰਾਗ੍ਰਾਫ ਏ ਪੜ੍ਹਾਂਗੇ, ਪੈਰਾਗ੍ਰਾਫ ਏ ਨੂੰ ਸਮਝਾਂਗੇ, ਉਸ ਤੋਂ ਬਾਅਦ ਅਸੀਂ ਕੁਐਸਚਨ ਵੱਲ ਆਵਾਂਗੇ, ਫਿਰ ਦੇਖਾਂਗੇ 1 to 6 ਸਟੇਟਮੈਂਟਸ ਵਿੱਚੋਂ ਕਿਹੜੀ ਇੱਕ ਸਟੇਟਮੈਂਟ ਹੈ ਜਿਹੜੀ ਪੈਰਾਗ੍ਰਾਫ ਏ ਨਾਲ ਮੈਚ ਕਰਦੀ ਹੈ, ਜਾਂ ਫਿਰ ਕਿਹੜੀਆਂ 2 ਸਟੇਟਮੈਂਟਸ ਹੈ ਜਿਹੜੀਆਂ ਪੈਰਾਗ੍ਰਾਫ ਏ ਨਾਲ ਮੈਚ ਕਰਦੀਆਂ। ਇੱਕ ਜਾਂ 2 ਸਟੇਟਮੈਂਟਸ, ਇੱਕ ਜਾਂ 2 ਸਟੇਟਮੈਂਟਸ ਕਿਉਂ? ਕਿਉਂਕਿ ਉੱਤੇ ਮੇਨ ਪੁਆਇੰਟ ਕੀ ਲਿਖਿਆ ਹੋਇਆ ਹੈ ਕੁਐਸਚਨ ਵਿੱਚ, ਯੂ ਮੇ ਯੂਜ਼ ਐਨੀ ਲੈਟਰ ਮੋਰ ਦੈਨ ਵਨਸ, ਮਤਲਬ ਇੱਕ ਲੈਟਰ ਤੁਸੀਂ 2 ਵਾਰੀ ਯੂਜ਼ ਕਰਨਾ ਅਤੇ ਡੈਫੀਨੇਟਲੀ 100% ਕੀ ਹੋਏਗਾ, ਇੱਕ ਪੈਰਾਗ੍ਰਾਫ ਵਿੱਚ 2 ਸਟੇਟਮੈਂਟਸ ਹੋਣਗੀਆਂ। ਹੁਣ ਅਸੀਂ ਪੈਰਾਗ੍ਰਾਫ ਏ ਪੜ੍ਹਾਂਗੇ। आई एम स्टडिंग स्पैनिश बिकॉज इट्स इम्पॉर्टेंट टू लर्न फॉरेन लैंग्वेजेस। ठीक है, मैं स्पैनिश पढ़ रही हूँ क्योंकि इम्पॉर्टेंट है लर्न करना फॉरेन लैंग्वेजेस, एंड आई एम वेरी प्लीज्ड व्हेन आई कैन वॉच अ वीडियो इन क्लास एंड अंडरस्टैंड इट। मिस्टर पैकम रियली पुशेस अस। मिस्टर पैकम इज़ द नेम ऑफ द प्रोफैसर। वो सानू पुश करते हैं एंड ऑफर्स अस एक्स्ट्रा असाइनमेंट्स सानू दिंदे आ टू हैल्प अस इंप्रूव। दैट्स गुड फॉर मी बिकॉज अदरवाइज आई वुड बी क्वाइट लेजी। ਹੁਣ ਉਹਨੇ ਕੀ ਕਿਹਾ, ਉਹਨੇ ਉਹਦਾ ਰੀਜ਼ਨ ਦਿੱਤਾ। ਉਹਨੇ ਕਿਹਾ ਕਿ ਮੇਰੇ ਲਈ ਇਹ ਚੰਗਾ ਆ। ਕੀ ਚੰਗਾ ਆ ਕਿ ਮਿਸਟਰ ਪੈਕਮ ਸਾਨੂੰ ਪੁਸ਼ ਕਰਦੇ ਆ, ਐਕਸਟਰਾ ਵਰਕ ਦਿੰਦੇ ਆ, ਐਕਸਟਰਾ ਅਸਾਈਨਮੈਂਟਸ ਦਿੰਦੇ ਆ, ਅਤੇ ਇਹ ਚੀਜ਼ ਮੇਰੇ ਲਈ ਚੰਗੀ ਆ। ਕਿਉਂ ਚੰਗੀ ਆ ਮੇਰੇ ਲਈ? ਬਿਕੋਜ਼ ਅਦਰਵਾਈਜ਼ ਆਈ ਵੁੱਡ ਬੀ ਕੁਆਇਟ ਲੇਜ਼ੀ। ਕਿਉਂਕਿ ਜੇ ਇੱਦਾਂ ਨਾ ਹੁੰਦਾ, ਜੇ ਐਕਸਟਰਾ ਅਸਾਈਨਮੈਂਟਸ ਨਾ ਦਿੰਦੇ ਤਾਂ ਮੈਂ ਲੇਜ਼ੀ ਹੋਣਾ ਸੀ। ਮਤਲਬ ਐਕਸਟਰਾ ਕੰਮ ਦੇਣ ਦੀ ਕਰਕੇ ਮੈਂ ਲੇਜ਼ੀ ਨਹੀਂ ਹਾਂ। ਠੀਕ ਹੈ, ਉਹ ਕੀ ਦੱਸ ਰਿਹਾ, ਬੈਨੀਫਿਟ ਦੱਸ ਰਿਹਾ, ਜੋ ਐਕਸਟਰਾ ਕੰਮ ਉਹਨੂੰ ਮਿਲਦਾ। ਠੀਕ ਹੈ, ਤਾਂ ਕੀ ਗੱਲਾਂ ਅਸੀਂ ਇਹਦੇ ਵਿੱਚ ਦੇਖੀਆਂ? ਅਸੀਂ ਦੇਖੀਆਂ ਕਿ ਉਹਨੇ ਰੀਜ਼ਨ ਦੱਸਿਆ ਕਿ ਉਹ ਸਪੈਨਿਸ਼ ਕਿਉਂ ਲਰਨ ਕਰ ਰਿਹਾ, ਕਿਉਂਕਿ ਬਹੁਤ ਇੰਪੋਰਟੈਂਟ ਹੈ ਲਰਨ ਕਰਨਾ ਫੋਰਨ ਲੈਂਗੁਏਜਿਸ। ਫਿਰ ਉਹਨੇ ਇਹ ਦੱਸਿਆ ਕਿ ਉਹ ਵੀਡੀਓ ਕਲਾਸ ਵਿੱਚ ਵਾਚ ਕਰ ਸਕਦਾ, ਉਹਨੂੰ ਅੰਡਰਸਟੈਂਡ ਕਰ ਸਕਦਾ। ਫਿਰ ਉਹਨੇ ਆਪਣੇ ਪ੍ਰੋਫੈਸਰ ਬਾਰੇ ਗੱਲ ਕੀਤੀ ਕਿ ਪ੍ਰੋਫੈਸਰ ਜੋ ਉਹਨਾਂ ਨੂੰ ਐਕਸਟਰਾ ਅਸਾਈਨਮੈਂਟਸ ਦਿੰਦੇ ਆ, ਉਹਦੇ ਕਰਕੇ ਉਹਨਾਂ ਵਿੱਚ ਇੰਪਰੂਵਮੈਂਟ ਆਉਂਦੀ ਹੈ, ਉਹ ਲੇਜ਼ੀ ਨਹੀਂ ਰਹਿੰਦਾ। ਠੀਕ ਹੈ, 3 ਗੱਲਾਂ ਆ ਜੋ ਇਸ ਪੈਰਾਗ੍ਰਾਫ ਵਿੱਚ ਹੈ। ਅਤੇ ਹੁਣ ਅਸੀਂ ਸਟੇਟਮੈਂਟਸ ਪੜ੍ਹਾਂਗੇ। ਨਾਓ ਫਸਟ ਸਟੇਟਮੈਂਟ ਇਜ਼ ਦਿਸ ਪਿਊਪਲ ਇਜ਼ ਇੰਟਰਸਟਿਡ ਇਨ ਦ ਸਬਜੈਕਟ ਡਿਸਪਾਈਟ ਦ ਵੇ ਇਟ ਇਜ਼ ਟੌਟ। ਚਾਹੇ ਜਿੱਦਾਂ ਵੀ ਪੜ੍ਹਾਇਆ ਜਾ ਰਿਹਾ ਸੀ, ਪ੍ਰੋਫੈਸਰ ਜਿੱਦਾਂ ਵੀ ਪੜ੍ਹਾਉਂਦਾ ਸੀਗਾ, ਬਟ ਉਹ ਬੱਚੇ ਨੂੰ ਇੰਟਰਸਟ ਆ ਰਿਹਾ ਸੀਗਾ ਸਬਜੈਕਟ ਵਿੱਚ। ਹੁਣ ਇਹ ਰਿਲੇਸ਼ਨ ਹੈ ਬੱਚੇ ਟੀਚਰ ਦੇ ਪੜ੍ਹਾਉਣ ਦੇ ਵਿੱਚ ਅਤੇ ਬੱਚੇ ਦੇ ਇੰਟਰਸਟ ਦੇ ਵਿੱਚ। ਠੀਕ ਹੈ, ਅਤੇ ਪਿੱਛੇ ਜੇ ਅਸੀਂ ਗੱਲ ਕੀਤੀ ਜਾਈਏ, ਪ੍ਰੋਫੈਸਰ ਦੀ ਗੱਲ ਕਰੀਏ, ਅਸੀਂ ਪ੍ਰੋਫੈਸਰ ਦੇ ਬਾਰੇ ਪੜ੍ਹਿਆ ਤਾਂ ਸੀ, ਬਟ ਪ੍ਰੋਫੈਸਰ ਦੇ ਪੜ੍ਹਾਉਣ ਦੇ ਬਾਰੇ ਨਹੀਂ ਗੱਲ ਕੀਤੀ। ਅਸੀਂ ਪ੍ਰੋਫੈਸਰ ਦੇ ਬਾਰੇ ਇਹ ਗੱਲ ਕੀਤੀ ਸੀ ਕਿ ਪ੍ਰੋਫੈਸਰ ਅਸਾਈਨਮੈਂਟ ਦਿੰਦਾ ਹੈ, ਜਿਹੜਾ ਐਕਸਟਰਾ ਵਰਕ ਹੁੰਦਾ, ਐਕਸਟਰਾ ਵਰਕ ਦਿੰਦਾ ਹੈ, ਜਿਹਦੇ ਕਰਕੇ ਕੀ ਹੁੰਦਾ ਕਿ ਉਹ ਲੇਜ਼ੀ ਨਹੀਂ ਰਹਿੰਦਾ, ਐਕਸਟਰਾ ਵਰਕ ਮਿਲਦਾ ਰਹਿੰਦਾ ਅਤੇ ਉਹ ਚੁਸਤ ਰਹਿੰਦਾ ਅਤੇ ਕੰਮ ਕਰਦਾ ਰਹਿੰਦਾ। ਉਹਨੂੰ ਵਧੀਆ ਲੱਗਦਾ ਕਿ ਉਹਨੂੰ ਐਕਸਟਰਾ ਵਰਕ ਮਿਲਦਾ। ਠੀਕ ਹੈ, ਤੁਹਾਡਾ ਥੋੜ੍ਹਾ ਹੋਰ ਟਾਈਮ ਸੇਵ ਹੋਵੇ ਉੱਥੇ ਰੀਡਿੰਗ ਵਿੱਚ। ਤਾਂ ਮੈਂ ਤੁਹਾਨੂੰ ਇੱਕ ਗੱਲ ਦੱਸ ਦੇਵਾਂ, ਹਮੇਸ਼ਾ ਯਾਦ ਰੱਖਣਾ ਕਿ ਕਦੀ ਵੀ ਫਸਟ ਸਟੇਟਮੈਂਟ ਦਾ ਆਨਸਰ ਏ ਆ ਹੀ ਨਹੀਂ ਸਕਦਾ, ਕਦੀ ਵੀ ਨਹੀਂ ਆਉਂਦਾ। ਠੀਕ ਹੈ, ਅਸੀਂ ਫਸਟ ਸਟੇਟਮੈਂਟ ਨੂੰ ਇਹ ਪੈਰਾਗ੍ਰਾਫ ਜਦੋਂ ਅਸੀਂ ਪੜ੍ਹ ਲਿਆ ਨਾ, ਅਤੇ ਫਸਟ ਸਟੇਟਮੈਂਟ ਨੂੰ ਅਸੀਂ ਪੜ੍ਹਨਾ ਹੀ ਨਹੀਂ ਹੁੰਦਾ, ਅਸੀਂ ਸੈਕਿੰਡ ਸਟੇਟਮੈਂਟ ਤੋਂ ਸਟਾਰਟ ਕਰਨਾ ਹੁੰਦਾ। ਠੀਕ ਹੈ, ਚਲੋ ਹੁਣ ਅਸੀਂ ਸੈਕਿੰਡ ਸਟੇਟਮੈਂਟ ਵੱਲ ਵੱਧਦੇ ਹਾਂ। ਦਿਸ ਪਿਊਪਲ ਇਜ਼ ਹੋਪਿੰਗ ਟੂ ਹੈਵ ਅ ਕਰੀਅਰ ਦੈਟ ਮੇਕਸ। ਹੁਣ ਕਰੀਅਰ ਦੀ ਗੱਲ ਨਹੀਂ ਹੋਈ ਪਿੱਛੇ, ਅਸੀਂ ਛੱਡ ਦਿੱਤਾ ਇਹਨੂੰ। ਠੀਕ ਹੈ, ਦਿਸ ਪੀਪਲ ਫਾਈਂਡਸ ਦ ਸਬਜੈਕਟ ਹਾਰਡਰ ਦੈਨ ਦੇ ਐਕਸਪੈਕਟਿਡ। ਹੁਣ ਸਬਜੈਕਟ ਟਫ ਲੱਗ ਰਿਹਾ, ਨਹੀਂ, ਇੱਦਾਂ ਦੀ ਕੋਈ ਗੱਲ ਨਹੀਂ ਹੈਗੀ। ਦਿਸ ਪਿਊਪਲ ਫਾਈਂਡਸ ਦ ਲੈਸਨਸ ਵੈਰੀ ਇੰਟਰਸਟਿੰਗ। ਉਹਨੂੰ ਇਸ ਬੱਚੇ ਨੂੰ ਲੈਸਨਸ ਬਹੁਤ ਐਂਟਰਟੇਨਿੰਗ ਲੱਗ ਰਹੇ ਆ। ਹੁਣ ਲੈਸਨਸ ਦੀ ਵੀ ਕੋਈ ਗੱਲ ਨਹੀਂ ਹੋ ਰਹੀ, ਐਂਟਰਟੇਨਿੰਗ ਲੱਗ ਰਹੇ ਆ ਕਿ ਨਹੀਂ ਲੱਗ ਰਹੇ, ਲੈਸਨਸ ਦੀ ਵੀ ਕੋਈ ਗੱਲ ਨਹੀਂ ਹੋ ਰਹੀ। ਠੀਕ ਹੈ, ਉਸ ਤੋਂ ਬਾਅਦ ਦਿਸ ਪਿਊਪਲ ਐਪਰੀਸ਼ੀਏਟਸ ਦ ਬੈਨੀਫਿਟ ਆਫ ਡੂਇੰਗ ਚੈਲੰਜਿੰਗ ਵਰਕ। ਹੁਣ ਚੈਲੰਜਿੰਗ ਵਰਕ ਇੱਕ ਤਰੀਕੇ ਨਾਲ, ਅਲੱਗ ਤਰੀਕੇ ਨਾਲ ਲਿਖਿਆ ਗਿਆ। ਕਿਹੜੇ ਵਰਕ ਨੂੰ? ਅਸਾਈਨਮੈਂਟ ਐਕਸਟਰਾ ਅਸਾਈਨਮੈਂਟਸ ਮਤਲਬ ਹੋਰ ਕੰਮ ਦੇਈ ਜਾ ਰਹੇ। ਠੀਕ ਹੈ, ਅਤੇ ਫਿਰ ਉਹ ਕੀ ਹੋ ਗਿਆ? ਚੈਲੰਜਿੰਗ ਵਰਕ ਹੋ ਗਿਆ। ਹੁਣ
एक्स्ट्रा असाइनमेंट्स की तारीफ की सी ना बच्चे ने, ਅਸੀਂ ਪੜ੍ਹਿਆ ਸੀ ਪੈਰਾਗ੍ਰਾਫ ਵਿੱਚ ਕਿ ਬੱਚੇ ਨੇ ਤਾਰੀਫ ਕੀਤੀ ਸੀ ਔਰ ਕਾਰਨ ਦੱਸਿਆ ਸੀਗਾ ਕਿ ਕਿਉਂ ਉਹਨੂੰ ਇਹ ਵਰਕ ਵਧੀਆ ਲੱਗਦਾ ਹੈ, ਕਿ ਪ੍ਰੋਫੈਸਰ ਦਾ ਇਹ ਕੰਮ ਵਧੀਆ ਲੱਗਦਾ ਕਿ ਉਹ ਐਕਸਟਰਾ ਵਰਕ ਦਿੰਦਾ ਹੈ, ਕਿਉਂਕਿ ਉਹਦੇ ਕਰਕੇ ਉਹ ਲੇਜ਼ੀ ਨਹੀਂ ਹੁੰਦਾ। ਮਤਲਬ ਉਹਨੇ ਕਾਰਨ ਵੀ ਦੱਸਿਆ ਅਤੇ ਉਹਨੇ ਕਾਰਨ ਦੱਸਦੇ ਹੋਏ ਉਹਦੀ ਤਾਰੀਫ ਕੀਤੀ। ਐਪਰੀਸ਼ੀਏਟ ਕਰਨਾ ਹੁੰਦਾ ਤਾਰੀਫ ਕਰਨਾ। ਅਤੇ ਸੈਂਟੈਂਸ ਵੀ 5th ਹੈ ਜਿਹੜਾ ਸੈਂਟੈਂਸ, ਇਹਦੇ ਨਾਲ ਆਪਸ਼ਨ ਆਏਗੀ ਏ, राइट। हुण 6th भी पढ़ लीए असी। दिस प्यूपल हैज़ रियलाइज द कनैक्शन बिटवीन 2 थिंग्स, 2 चीज़ों की कनैक्टिविटी बारे कोई गल नहीं हुई। सो 5th का आंसर है ए। पैराग्राफ बी, हिस्ट्री इज़ माई फेवरेट सब्जेक्ट एंड इट्स फैसिनेटिंग टू सी हाउ what we learn about the past is relevant to what's going on in the world now. Now what does Lucy say? Lucy ਦੇ ਇਹ ਵਿਚਾਰ ਹੈ ਕਿ ਹਿਸਟਰੀ ਮੇਰਾ ਫੇਵਰੇਟ ਸਬਜੈਕਟ ਇਸ ਕਰਕੇ ਹੈ ਕਿਉਂਕਿ ਬਹੁਤ ਜ਼ਿਆਦਾ ਇਹ ਫੈਸੀਨੇਟਿੰਗ ਹੈ ਦੇਖਣਾ ਕਿ ਕਿਸ ਤਰੀਕੇ ਨਾਲ ਜਿਹੜਾ ਪਾਸਟ ਹੈ ਉਹ ਅੱਜ ਦੇ ਵਰਲਡ ਨਾਲ ਰੈਲੇਵੈਂਟ ਹੁੰਦਾ ਆ। ਇਟ ਹੈਜ਼ ਮੇਡ ਮੀ ਅੰਡਰਸਟੈਂਡ ਮਚ ਮੋਰ ਅਬਾਊਟ ਪੋਲੀਟਿਕਸ ਫੋਰ ਐਗਜ਼ਾਮਪਲ, ਔਰ ਉਹਦੀ ਐਗਜ਼ਾਮਪਲ ਵੀ ਦਿੱਤੀ ਹੈ ਕਿ ਹਿਸਟਰੀ ਦੇ ਕਰਕੇ ਮੈਂ ਪੋਲੀਟਿਕਸ ਨੂੰ ਜ਼ਿਆਦਾ ਅੱਛੀ ਤਰ੍ਹਾਂ ਨਾਲ ਅੰਡਰਸਟੈਂਡ ਕਰ ਪਾਉਂਦਾ ਆ। My plan is to study history at university and maybe go into the diplomatic service। मैं आगे जाके शायद मैं डिप्लोमैटिक सर्विस विच जावां ते इस करके मैं उत्थे जाके सो आई कैन अप्लाई अ नॉलेज ऑफ हिस्टरी। मैं उत्थे जाके हिस्टरी की जी नॉलेज इत्थे गेन कर रहा मैं उत्थे जाके अप्लाई कराँगा। ठीक है, इत्थे 2 पॉइंट्स दिते हैं। ठीक है, 2 पॉइंट्स की है कि हिस्टरी मेरा फेवरेट सब्जेक्ट क्यों आ, क्योंकि हिस्टरी का मतलब पास्ट का जोड़ा प्रेजेंट नाल काफ़ी रैलेवेंस है। उस तो बाद हिस्टरी के करके पॉलिटिक्स पॉलिटिक्स नूं ज़्यादा अच्छी तरह अंडरस्टैंड कर पाता है। मतलब 2 चीज़ों का कनैक्शन है हिस्टरी एंड पॉलिटिक्स का। ठीक है, पास्ट का प्रेजेंट के नाल। उस तो बाद अगला पॉइंट की है कि फ्यूचर बारे दस्या है कि फ्यूचर का प्लान की है। ठीक है, फ्यूचर के प्लान दे विच हिस्टरी नूं शामिल किया कि हिस्टरी की जी नॉलेज हुण लै रहा उहदा मैं अगे जाके फ्यूचर विच की करांगा। Now first point, this pupil is interested in the subject despite the way it is taught। प्रोफैसर दे पढ़ाउण दी गल नहीं हो रही। This pupil is hoping to have a career that obviously फ्यूचर प्लान बारे गल हुई है। फ्यूचर प्लान बारे गल हुई है तो उन्होंने ये भी दसिया बच्चे ने कि हिस्टरी का उत्थे मैं यूज़ कराँगा। ठीक है, सो सेकेंड ऑप्शन बी, राइट। सेकेंड ऑप्शन का आंसर बी। नैक्सट थर्ड, दिस पीपल फाइंड्स द सबजैक्ट हार्डर। सबजैक्ट उन्होंने टफ नहीं लगता सीगा। उस तो बाद दिस पीपल फाइंड्स द लैसनस वैरी एंटरटेनिंग। लैसनस एंटरटेनिंग लग रहे सी, इदां दा कुछ नहीं है। उस तो बाद दिस पीपल हैज़ रियलाइज द कनैक्शन बिटवीन 2 थिंग्स। कनैक्शन सीगा 2 चीज़ों विच के हिस्टरी एंड पॉलिटिक्स विच। ठीक है, पास्ट दा प्रेजेंट दे नाल। सो 6th ऑप्शन का भी 6 स्टेटमेंट का भी आंसर जो बी आएगा। ठीक है, 2nd एंड 6th दोनों का आंसर बी। सो पैराग्राफ सी, Thursdays are my favorite days because that's when we have computing. It's the high spot of the week for me. I love learning how to program. I began when I was about 8, so when I started doing it at school I didn't think I would have any problem with it। मैं 8 साल का सीगा जदों मैं प्रोग्रामिंग करनी शुरू की सी, कंप्यूटर सीखना शुरू किया सीगा, बट मैनू पता नहीं सीगा, मैनू उस टाइम नहीं पता सीगा कि इन्ना ज़्यादा टफ आएगा, मैनू प्रॉब्लम आएगी। बट आई वॉज क्वाइट रॉन्ग, मैनू पता नहीं सीगा इस गल का। ठीक है, वैन आई लीव स्कूल आई एम गोइंग इन टू माई फैमिली रिटेल बिजनेस। और जो मैं स्कूल छड़ दूँगा तो मैं फैमिली रिटेल बिजनेस ज्वाइन करूँगा। सो सैडली आई कैन सी माई सेल्फ बिकमिंग अ प्रोग्रामर। मैनू नहीं लगता मैं प्रोग्रामर बन पाऊँगा। मीनस बहुत टफ लग रहा मैनू। ठीक है, टफ लग रहा, मैनू नहीं पता सीगा कि इन्ना टफ होएगा। ठीक है, सो फर्स्ट सेंटेंस इज दिस प्यूपिल इज़ इंटरस्टेड इन द सबजैक्ट डिस्पाइट द वे इट इज़ टॉट। अगेन प्रोफैसर बारे कोई गल नहीं की गई। दिस प्यूपिल फाइंड्स द सबजैक्ट हार्डर, डेफिनेटली हार्डर। उन्होंने प्रोग्रामिंग इन्नी ज़्यादा टफ लगी, उन्हें कभी सोचा ही नहीं सीगा कि इन्नी टफ होएगी, और उन्हें अगे जाके क्विट भी कर देना उन्होंने। ठीक है, मतलब प्रोग्रामर बन नहीं पाएगा, उन्होंने लगता है कि मैं प्रोग्रामर बन ही नहीं पावांगा, इन्ना टफ लग रहा। तो थर्ड ऑप्शन सी, राइट। थर्ड स्टेटमेंट का आंसर है सी। दिस पीपल फाइंड्स द लैसन वेरी एंटरटेनिंग। ना उन्होंने कोई एंटरटेनिंग नहीं लग रहा सी, टफ टफ टफ, बस एक ही गल सी पूरे पैराग्राफ विच कि उन्होंने बहुत टफ लग रहा सी। सो आंसर इज सी ऑफ थर्ड ऑप्शन।
Next paragraph. My parents both work in leisure and tourism and they have always talked about their work a lot at home. ਮੇਰੇ ਮੰਮਾ ਪਾਪਾ ਦੋਨੋਂ ਹੀ ਲੇਜਰ ਐਂਡ ਟੂਰਿਜ਼ਮ ਵਿੱਚ ਕੰਮ ਕਰਦੇ ਨੇ ਤੇ ਉਹ ਆਪਣੇ ਕੰਮ ਬਾਰੇ ਬਹੁਤ ਗੱਲ ਕਰਦੇ ਘਰ ਵਿੱਚ। ਆਈ ਫਾਈਂਡ ਇਟ ਵੈਰੀ ਫੈਸੀਨੇਟਿੰਗ। ਮੈਨੂੰ ਬਹੁਤ ਫੈਸੀਨੇਟਿੰਗ ਲੱਗਦਾ ਫਿਰ ਇਹ ਸਾਰਾ ਕੁਝ ਸੁਣਨਾ। ਆਈ ਐਮ ਸਟੱਡਿੰਗ ਇਟ ਐਟ ਸਕੂਲ। ਮੈਂ ਲੇਜਰ ਐਂਡ ਟੂਰਿਜ਼ਮ ਨੂੰ ਸਟੱਡੀ ਕਰ ਰਿਹਾ ਸਕੂਲ ਵਿੱਚ ਐਂਡ ਦ ਟੀਚਰ ਇਜ਼ ਵੈਰੀ ਨੌਲੇਜੇਬਲ ਔਰ ਟੀਚਰ ਬਹੁਤ ਜ਼ਿਆਦਾ ਨੌਲੇਜੇਬਲ ਹੈ। ਦੋ ਆਈ ਥਿੰਕ ਵੀ ਸਪੈਂਡ ਟੂ ਮਚ ਟਾਈਮ ਲਿਸਨਿੰਗ ਟੂ ਹਰ ਔਰ ਸਾਨੂੰ ਲੱਗਦਾ ਹੈ ਕਦੀ ਕਦੀ ਲੱਗਦਾ ਹੈ ਕਿ ਸਾਨੂੰ ਬਹੁਤ ਜ਼ਿਆਦਾ ਟਾਈਮ ਲੱਗ ਜਾਂਦਾ ਉਹਦੀਆਂ ਗੱਲਾਂ ਸੁਣਨਾ। ਮਤਲਬ ਉਹ ਬਹੁਤ ਜ਼ਿਆਦਾ ਬੋਲਦੀ ਹੈ, ਬਹੁਤ ਜ਼ਿਆਦਾ ਆਪਣੀ ਨੌਲੇਜ ਬਹੁਤ ਦਿੰਦੀ ਹੈ ਅਤੇ ਅਸੀਂ ਸੁਣਦੇ ਰਹਿੰਦੇ ਉਹਦੀ ਗੱਲ ਨੂੰ, ਬਹੁਤ ਟਾਈਮ ਲੱਗਦਾ। ਬਟ ਮੈਨੂੰ ਜ਼ਿਆਦਾ ਲੋਕਾਂ ਨੂੰ ਮਿਲਣਾ ਇਸ ਸੈਕਟਰ ਵਿੱਚ ਚੰਗਾ ਲੱਗਦਾ ਐਂਡ ਆਈ ਲਰਨ ਫਰੋਮ ਦੇਅਰ ਐਕਸਪੀਰੀਅੰਸ ਅਤੇ ਉਹਨਾਂ ਦੇ ਐਕਸਪੀਰੀਅੰਸ ਤੋਂ ਜਾਣਨਾ ਚੰਗਾ ਲੱਗਦਾ। ਮੀਨਸ ਟੀਚਰ ਚਾਹੇ ਇਸ ਤਰੀਕੇ ਨਾਲ ਪੜ੍ਹਾਉਂਦੀ ਇਨ ਦ ਸੈਂਸ ਟੀਚਰ ਬੋਲਦੀ ਰਹਿੰਦੀ ਹੈ, ਬਹੁਤ ਨੌਲੇਜੇਬਲ ਹੈ ਅਤੇ ਇਸ ਕਰਕੇ ਬਹੁਤ ਜ਼ਿਆਦਾ ਟਾਈਮ ਤੱਕ ਸਾਨੂੰ ਸੁਣਨਾ ਪੈਂਦਾ ਉਹਦੀਆਂ ਗੱਲਾਂ ਨੂੰ। ਬਟ ਮੈਨੂੰ ਇਸ ਸੈਕਟਰ ਵਿੱਚ, ਇਸ ਸਟੱਡੀ ਵਿੱਚ, ਇਸ ਸਬਜੈਕਟ ਵਿੱਚ ਨੌਲੇਜ ਗੇਨ ਕਰਨਾ ਲੋਕਾਂ ਤੋਂ ਅਤੇ ਉਹਨਾਂ ਦੇ ਐਕਸਪੀਰੀਅੰਸ ਤੋਂ ਨੌਲੇਜ ਗੇਨ ਕਰਨਾ ਬਹੁਤ ਚੰਗਾ ਲੱਗਦਾ ਹੈ। The pupil is interested in the subject despite the way it is taught। ਫਿਰ ਇਹਦੇ ਵਿੱਚ ਪੜ੍ਹਾਉਣ ਦੀ ਗੱਲ ਹੋਈ ਪਰ ਦੇਖੋ ਸਿੱਧਾ ਨਹੀਂ ਦੱਸਿਆ ਉਹਨਾਂ ਨੇ, ਬੜਾ ਘੁਮਾ ਕੇ ਦੱਸਿਆ ਉਹਨਾਂ ਨੇ। ਠੀਕ ਹੈ, ਘੁਮਾ ਕੇ ਦੱਸਦੇ ਤਾਈਓ ਤਾਂ ਸਾਨੂੰ ਪਤਾ ਨਹੀਂ ਚੱਲਦੇ, ਸਿੱਧੇ ਆਨਸਰ ਹੋਣਗੇ ਤਾਂ ਫਿਰ ਔਖਾ ਹੀ ਕੀ ਫਿਰ, ਹੈ ਨਾ। ਉਹਦੇ ਵਿੱਚ ਦੱਸਿਆ ਹੈ ਕਿ ਟੀਚਰ ਇੰਨੀ ਨੌਲੇਜੇਬਲ ਹੈ ਕਿ ਸਾਨੂੰ ਕਿੰਨਾ ਟਾਈਮ ਲੱਗ ਜਾਂਦਾ ਉਹਨੂੰ ਸੁਣਦੇ ਹੀ ਰਹਿੰਦੇ ਹਾਂ ਅਸੀਂ। ਬਟ ਫਿਰ ਵੀ ਮੈਨੂੰ ਇਸੇ ਸੈਕਟਰ ਵਿੱਚ ਲੋਕਾਂ ਤੋਂ ਨੌਲੇਜ ਗੇਨ ਕਰਨਾ, ਉਹਨਾਂ ਦੇ ਐਕਸਪੀਰੀਅੰਸ ਤੋਂ ਨੌਲੇਜ ਗੇਨ ਕਰਨਾ, ਉਹਨਾਂ ਨੂੰ ਮਿਲਣਾ ਮੈਨੂੰ ਬਹੁਤ ਚੰਗਾ ਲੱਗਦਾ ਹੈ। ਠੀਕ ਹੈ, ਮਤਲਬ ਕਿ ਇਹਨੂੰ ਇਸ ਸਬਜੈਕਟ ਵਿੱਚ ਇੰਟਰਸਟ ਹੈ, ਚਾਹੇ ਉਹਨੂੰ ਪੜ੍ਹਾਉਣ ਵਾਲਾ ਟੀਚਰ ਹੈ ਉਹ ਬੜੇ ਹੋਰ ਤਰੀਕੇ ਨਾਲ ਪੜ੍ਹਾਉਂਦਾ ਹੈ। ਠੀਕ ਹੈ, ਅਤੇ ਉਹਨੂੰ ਇੰਟਰਸਟ ਹੈ। ਤਾਂ ਫਸਟ ਆਪਸ਼ਨ ਦਾ ਆਨਸਰ ਹੈ ਡੀ। ਠੀਕ ਹੈ, fourth is the pupil finds the lessons very entertaining। ਨਹੀਂ, ਵੈਸੇ ਵੀ ਸਾਡਾ ਇੱਕ ਰਹਿ ਗਿਆ ਪੈਰਾਗ੍ਰਾਫ ਅਤੇ ਉਹਦਾ ਵੀ ਆਪਸ਼ਨ ਹੋਏਗਾ। ਠੀਕ ਹੈ, ਅਤੇ ਫੋਰਥ ਦਾ ਆਪਸ਼ਨ ਸਾਡਾ ਜਾਏਗਾ ਈ, ਰਾਈਟ। ਅਤੇ ਅਸੀਂ ਪੜ੍ਹਨਾ ਜ਼ਰੂਰ ਹੈ ਉਹਨੂੰ ਇੱਕ ਵਾਰੀ। ਸੋ ਫਸਟ ਆਨਸਰ ਇਜ਼ ਡੀ। Paragraph E. I have always been keen on art, so I chose it as an optional subject. Though I was afraid the lessons might be a bit dull, I need not have worried। ਠੀਕ ਹੈ, ਚਾਹੇ ਮੈਨੂੰ ਲੱਗਦਾ ਸੀ ਕਿ ਲੈਸਨਸ ਡਲ ਹੋਣਗੇ ਬਟ ਮੈਨੂੰ ਚਿੰਤਾ ਕਰਨ ਦੀ ਲੋੜ ਨਹੀਂ ਪਈ। though our teacher gets us to do lots of fun things, so there is no risk of getting bored। because ਰੀਜ਼ਨ ਦੱਸਿਆ ਉਹਨਾਂ ਨੇ ਕਿ ਸਾਡੀ ਟੀਚਰ ਹੈ ਸਾਨੂੰ ਇੰਨੇ ਜ਼ਿਆਦਾ ਫਨ ਥਿੰਗਸ ਕਰਵਾਉਂਦੀਆਂ ਕਿ ਸਾਨੂੰ ਕਦੀ ਵੀ ਬੋਰਿੰਗ ਮਹਿਸੂਸ ਹੀ ਨਹੀਂ ਹੋਇਆ। ਐਟ ਦ ਐਂਡ ਆਫ ਦ ਈਅਰ ਦ ਕਲਾਸ ਪੁੱਟਸ ਔਨ ਐਨ ਐਗਜ਼ੀਬਿਸ਼ਨ ਫॉर ਦ ਸਕੂਲ ਐਂਡ ਆਈ ਐਮ ਲੁਕਿੰਗ ਫॉरवर्ड ਟੂ ਸ਼ੋਇੰਗ ਸਮ ਆਫ ਮਾਈ ਵਰਕ ਟੂ ਅਦਰ ਪੀਪਲ। ਐਟ ਦ ਐਂਡ ਆਫ ਦ ਸਕੂਲ ਐਗਜ਼ੀਬਿਸ਼ਨ ਹੁੰਦੀ ਹੈ ਹੈਲਡ, ਅਤੇ ਉਹਦੇ ਵਿੱਚ ਹਮੇਸ਼ਾ ਹੀ ਮੈਨੂੰ ਲੱਗਦਾ ਕਿ ਵੀ ਮੈਂ ਕੋਈ ਆਪਣਾ ਕੰਮ ਦਿਖਾਵਾਂ। ਠੀਕ ਹੈ, ਮੈਨੂੰ ਇੰਟਰਸਟ ਲੱਗਾ ਰਹਿੰਦਾ ਹੈ। ਸੋ ਜਿੱਦਾਂ ਮੈਂ ਸੋਚਿਆ ਸੀਗਾ ਕਿ ਡਲ ਹੋਏਗਾ ਬਟ ਇੱਦਾਂ ਹੋਈ ਨਹੀਂ, ਇੱਦਾਂ ਦੀ ਕੋਈ ਚੀਜ਼ ਨਹੀਂ ਹੈ। ਡਲ ਕਿਹਦਾ ਆਪੋਜ਼ਿਟ ਹੈ? ਇੰਟਰਸਟਿੰਗ ਦਾ ਆਪੋਜ਼ਿਟ ਹੈ ਡਲ, ਰਾਈਟ। ਡਲ ਹੋਈ ਨਹੀਂ, ਬਹੁਤ ਮਤਲਬ ਇਟ ਵਾਜ਼ਨਟ ਬੋਰਿੰਗ, ਇਟ ਵਾਜ਼ ਇੰਟਰਸਟਿੰਗ ਓਨਲੀ। ਠੀਕ ਹੈ, ਸੋ ਲਾਸਟ ਆਪਸ਼ਨ ਨਾਲ ਸਾਡਾ ਮੈਚ ਕਰਦਾ ਆ। ਸੋ ਦ ਲਾਸਟ ਆਪਸ਼ਨ ਇਜ਼ ਦਿਸ ਪਿਊਪਲ ਫਾਈਂਡਸ ਦ ਲੈਸਨਸ ਵੈਰੀ ਐਂਟਰਟੇਨਿੰਗ ਦੇ ਦੋ ਐਂਟੋਨਿਮ ਦਿੱਤੇ ਹੋਏ ਆ ਉੱਥੇ, ਡਲ ਐਂਡ ਬੋਰਿੰਗ, ਐਂਡ ਦੋਨਾਂ ਦੇ ਨਾਲ ਨੈਗੇਟਿਵ ਵਰਡ ਯੂਜ਼ ਕੀਤਾ ਹੋਇਆ not dull, not boring, right। so this pupil finds the lessons, ਔਰ lessons word ਵੀ ਇੱਥੇ ਹੀ ਯੂਜ਼ ਕੀਤਾ ਗਿਆ ਇਸੇ ਪੈਰਾਗ੍ਰਾਫ ਵਿੱਚ। ਹੋਰ ਕਿਸੇ ਪੈਰਾਗ੍ਰਾਫ ਵਿੱਚ ਅਸੀਂ lessons word ਨੂੰ ਨਹੀਂ ਦੇਖ ਸਕਦੇ। ਇਹਦੇ ਵਿੱਚ lessons ਬਾਰੇ ਗੱਲ ਕੀਤੀ ਗਈ ਹੈ ਕਿ lessons ਕਿੱਦਾਂ ਦੇ ਆ। ਠੀਕ ਹੈ, ਸੋ ਪੈਰਾਗ੍ਰਾਫ E is the answer of this option, fourth option, right। thank you so much। I hope you have understood how to solve this type of question within a short period of time and correctly। thank you so much।